जी का खालसा वाहिगुरू जी की फतेह। ਇਹ ਸ਼ਲੋਕ ਹੈ ਜੀ ਫਰੀਦ ਸਾਹਿਬ ਜੀ ਦਾ ਜੀ। ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਣ, ਅੱਗੇ ਗਏ ਸੰਜਾਬ ਸਣ ਚੋਟਾਂ ਖਾਸੀ ਕੋਣ। ਹਾਂਜੀ, ਤੁਹਾਡਾ ਨਾਂ ਕੀ ਹੈ? ਮਨਪ੍ਰੀਤ ਸਿੰਘ ਜੀ। ਹਾਂ, ਇਹ ਤਾਂ ਸ਼ਲੋਕ ਹੈ। ਹੁਣ ਸਵਾਲ ਕੀ ਹੈ? ਇਹ ਸਵਾਲ ਦਾ ਮਾੜਾ ਜਿਹਾ ਆਨਸਰ ਅਰਥ ਕਰਨਾ। ਅਸੀਂ ਸਮਝਦੇ ਹਾਂ ਕਿਸੇ ਦਾ ਲੂਣ ਖਾ ਲਿਆ ਨਾ ਤਾਂ ਉਸ ਦਾ ਅਹਿਸਾਨ ਫਰਾਮੋਸ਼ ਨਹੀਂ ਹੋਣਾ। ਜੇ ਅਸੀਂ ਜਿਸ ਦਾ ਲੂਣ ਖਾ ਜਾਈਏ ਔਰ ਉਹਦੇ ਥੈਂਕਲੈਸ ਹੋ ਜਾਈਏ ਤਾਂ ਉਹਨੂੰ ਕਹਿੰਦੇ ਨੇ ਲੂਣ ਹਰਾਮੀ। ਇਹ ਹੈ ਬਾਹਰਲੇ ਲੂਣ ਦੀ ਗੱਲ। ਪਰ ਇਸ 'ਚੋਂ ਪ੍ਰਤੀਕ ਲੱਭਣਾ ਹੈ ਕਿ ਅਹਿਸਾਨ ਫਰਾਮੋਸ਼ ਨਹੀਂ ਹੋਣਾ, ਮੀਨਸ ਗ੍ਰੈਟੀਟਿਊਡ। ਜੇ ਮੈਂ ਰੱਬ ਦੀ ਦਾ ਸ਼ੁਕਰ ਨਹੀਂ ਕਰ ਸਕਦਾ, ਆਪਣੇ ਮਾਤਾ ਪਿਤਾ ਦਾ ਸ਼ੁਕਰ ਨਹੀਂ ਕਰ ਸਕਦਾ, ਜਾਂ ਦੁਨੀਆ ਵਿੱਚ ਕਿਸੇ ਨੇ ਵੀ ਮੇਰਾ ਭਲਾ ਕੀਤਾ ਮੈਂ ਉਹਦਾ ਸ਼ੁਕਰ ਨਹੀਂ ਕਰ ਸਕਦਾ, ਤਾਂ ਮੈਂ ਅਹਿਸਾਨ ਫਰਾਮੋਸ਼ ਹੋ ਗਿਆ ਹਾਂ, ਲੂਣ ਹਰਾਮੀ ਹੋ ਗਿਆ ਹਾਂ। ਮੈਨੂੰ ਆਦਤ ਹੀ ਨਹੀਂ ਹੈ ਕਿ ਮੈਂ ਕਿਸੇ ਦਾ ਥੈਂਕਸ ਕਰ ਸਕਾਂ, ਕਿਉਂਕਿ ਮੈਨੂੰ ਆਦਤ ਹੀ ਨਹੀਂ ਹੈ ਮੈਂ ਕਿਸੇ ਨੂੰ ਐਪਰੀਸ਼ੀਏਟ ਕਰ ਸਕਾਂ, ਮੈਂ ਕਿਸੇ ਦੀ ਵਡਿਆਈ ਪ੍ਰਸ਼ੰਸਾ ਕਰ ਸਕਾਂ। ਮੈਨੂੰ ਇਹ ਆਦਤ ਹੀ ਨਹੀਂ ਹੈ। ਮੇਰੀ ਪਤਨੀ ਰੋਜ਼ ਰੋਟੀ ਬਣਾਏ ਮੈਂ ਖਾ ਲਵਾਂ, ਪਰ ਜਿਸ ਦਿਨ ਠੀਕ ਨਾ ਬਣਾਏ, ਖਾਣ ਵਾਲੇ ਦਿਨ ਤਾਂ ਮੈਂ ਉਹਦਾ ਥੈਂਕਸ ਨਾ ਕਰਾਂ, ਪਰ ਜਿਸ ਦਿਨ ਠੀਕ ਨਾ ਬਣਾਏ ਉਸ ਦਿਨ ਮੈਂ ਉਸ ਦਾ ਨੁਕਸ ਕੱਢ ਕੇ ਉਹਦੇ ਪੇਕਿਆਂ ਨੂੰ ਵੀ ਬੁਰਾ ਭਲਾ ਪੁਣ ਦਿਆਂ, ਕਹਿ ਦਿਆਂ, ਤਾਂ ਮੈਂ ਅਹਿਸਾਨ ਫਰਾਮੋਸ਼ ਹੀ ਹਾਂ, ਕਿਉਂਕਿ ਮੈਨੂੰ ਰੋਜ਼ ਉਸ ਨੂੰ ਐਪਰੀਸ਼ੀਏਟ ਕਰਨਾ ਵਾਲਾ ਜਜ਼ਬਾ ਹੈ ਹੀ ਨਹੀਂ ਹੈ। ਜਦੋਂ ਇਹ ਜਜ਼ਬਾ ਨਾ ਹੋਵੇ ਨਾ ਤਾਂ ਉਹਨੂੰ ਲੂਣ ਹਰਾਮੀ ਕਹਿੰਦੇ ਨੇ। ਅਗਲਾ ਦਾ ਮਤਲਬ ਕੀ ਹੁੰਦਾ ਹੈ? ਅਗਲਾ ਮਤਲਬ ਹੁੰਦਾ ਬਹੁਤ, ਟੂ ਮੱਚ। ਆਟਾ ਕੀ ਹੁੰਦਾ ਹੈ? ਆਟਾ ਹੁੰਦਾ ਹੈ ਸੱਚ ਦੀ ਰਿਜ਼ਕ ਦਾ ਭੋਜਨ। ਸੱਚ ਦੀ ਰਿਜ਼ਕ ਦਾ ਭੋਜਨ ਨੂੰ ਸਾਦਗੀ ਦਾ ਭੋਜਨ ਵੀ ਕਹਿੰਦੇ ਹਨ। ਸੱਚ ਦੀ ਰਿਜ਼ਕ ਦੇ ਭੋਜਨ ਨੂੰ ਰੋਟੀ ਮੇਰੀ ਕਾਠ ਕੀ ਵੀ ਕਹਿੰਦੇ ਹਨ ਫਰੀਦ ਜੀ ਦੀ ਬੋਲੀ 'ਚ। ਸੱਚ ਦੇ ਰਿਜ਼ਕ ਦੇ ਭੋਜਨ ਨੂੰ ਰੂਖੋ ਭੋਜਨ ਭੂਮ ਸੈਨ ਸਖੀ ਪ੍ਰਿਆ ਸੰਗ ਸੂਖ ਬਿਹਾਤ ਵੀ ਕਹਿੰਦੇ ਨੇ। ਰੂਖੋ ਭੋਜਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਮੈਂ ਫੁਲਕਾ ਚੋਪੜਿਆ ਨਹੀਂ ਖਾਂਦਾ ਅਤੇ ਨਾਲ ਸਬਜ਼ੀ ਨਹੀਂ ਹੁੰਦੀ, ਮੈਂ ਰੁੱਖਾ ਫੁਲਕਾ ਹੀ ਖਾ ਜਾਂਦਾ ਹਾਂ। ਰੂਖੋ ਭੋਜਨ ਦਾ ਇਹ ਮਤਲਬ ਨਹੀਂ ਹੁੰਦਾ। ਤੁਹਾਡੇ ਕੋਲ ਲੱਖਾਂ ਹੋਣ ਔਰ ਫਿਰ ਵੀ ਸਾਦਗੀ ਨਾਲ ਰਹਿਣ ਦਾ ਗਰੀਬੜਾ ਸੁਭਾਅ ਹੋਵੇ। ਸਤਿਗੁਰ ਦੀ ਮੱਤ ਦੇ ਰਿਜ਼ਕ ਦਾ ਆਟਾ, ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਣ। ਜੇ ਬਾਹਰਲੀ ਦੁਨੀਆ ਦਾ ਹੋਵੇ, ਉਹ ਜੀ ਇੱਕ ਤੇ ਕੋਲ ਢੇਰ ਆਟਾ ਹੈ ਅਤੇ ਇੱਕ ਦੇ ਕੋਲ ਲੂਣ ਵੀ ਨਹੀਂ ਹੈ। ਤਾਂ ਜਿਨ੍ਹਾਂ ਦੇ ਕੋਲ ਢੇਰ ਆਟਾ ਹੈ, ਜ਼ਰੂਰੀ ਨਹੀਂ ਹੈ ਕਿ ਉਸਨੇ ਆਟਾ ਪਾਪ ਦੀ ਕਮਾਈ ਕੀਤੀ ਹੈ। ਇਹ ਇੱਕ ਵੋਕੈਬਲਰੀ ਫਰੀਦ ਜੀ ਬਾਹਰਲੇ ਲਫ਼ਜ਼ਾਂ ਦੀ ਵਰਤਦੇ ਨੇ, ਕਿਉਂਕਿ ਮੈਂ ਜਿਤਨਾ ਸੁਣਿਆ, ਹੋ ਸਕਦਾ ਉਹ ਗਲਤ ਵੀ ਹੋ ਸਕਦਾ ਹੈ, ਪਰ ਮੈਂ ਸੁਣਿਆ ਕਿ ਫਰੀਦ ਜੀ 10 ਜਾਂ 12 ਭੈਣ ਭਰਾ ਸਨ ਔਰ ਬਹੁਤ ਜ਼ਿਆਦਾ ਗਰੀਬੀ ਸੀ, ਔਰ ਇਸ ਗਰੀਬੀ ਵਿੱਚ ਉਹਨਾਂ ਦੇ ਘਰ ਵਿੱਚ ਸਬਜ਼ੀ ਬਣਾਉਣ ਜੋਗੇ ਵੀ ਪੈਸੇ ਨਹੀਂ ਸਨ। ਤਾਂ ਜਿਸ ਦਿਨ ਉਹ ਮਸਾਂ ਰੋਟੀ ਨੂੰ ਪਾਣੀ ਵਿੱਚ ਡੁਬੋ ਕੇ ਖਾਂਦੇ ਸਨ, ਜਿਸ ਦਿਨ ਉਹਨਾਂ ਦੇ ਘਰ ਵਿੱਚ ਪਾਣੀ ਦੇ ਵਿੱਚ ਲੂਣ ਵੀ ਘੋਲ ਦਿੱਤਾ ਜਾਂਦਾ ਸੀ ਔਰ ਉਹਦੇ ਨਾਲ ਫੁਲਕਾ ਲਾ ਕੇ ਖਾਂਦੇ ਸਨ, ਉਹ ਉਸ ਦਿਨ ਉਹਨਾਂ ਦਾ ਟਰੀਟ ਦਾ ਦਿਨ ਹੁੰਦਾ ਸੀ। ਅੱਜ ਵੀ ਕੋਈ ਲੱਗਦਾ ਹੈ ਕੋਈ
ਵਧੀਆ ਕੋਈ ਖੁਸ਼ੀ ਦੀ ਗੱਲ ਵਾਪਰ ਗਈ ਹੈ ਜੋ ਪਾਣੀ ਵਿੱਚ ਲੂਣ ਵੀ ਪਾਇਆ ਹੋਇਆ ਹੈ, ਪਰ ਅਸੀਂ ਇਹਦੇ 'ਚੋਂ ਇੱਕ ਪ੍ਰਤੀਕ ਲੱਭਣਾ ਹੈ। ਸ਼ੁਕਰ, ਗ੍ਰੈਟੀਟਿਊਡ, ਥੈਂਕਸ ਦੀ ਅਵਸਥਾ। ਜੇ ਇੱਕ ਮਨੁੱਖ ਦੀ ਐਪਰੀਸ਼ੀਏਸ਼ਨ ਕਰਦੇ ਜਾਈਏ, ਉਹਦੇ ਕੀਤੇ ਕੰਮ ਦੀ ਸ਼ਲਾਘਾ ਕਰਦੇ ਜਾਈਏ, ਉਹਦੇ ਥੈਂਕਫੁਲ ਰਹੀਏ। ਜੇ ਮੇਰੀ ਐਨਕ ਡਾਕਟਰ ਬਣਾਏ, ਮੈਂ ਪੈਸੇ ਵੀ ਦਿੰਦਾ ਔਰ ਥੈਂਕ ਯੂ ਕਰਦਾ। ਕੋਈ ਮੇਰਾ ਦੰਦ ਲਗਾਏ, ਮੈਂ ਪੈਸੇ ਵੀ ਦਿੰਦਾ, ਥੈਂਕ ਯੂ ਕਰਦਾ। ਕੋਈ ਮੇਰੇ ਸਿਰ ਦਰਦ ਦੀ ਦਵਾਈ ਦੇ, ਮੈਂ ਪੈਸੇ ਵੀ ਦਿੰਦਾ, ਥੈਂਕ ਯੂ ਕਰਦਾ ਉਹਨੂੰ। ਕੋਈ ਮੇਰੀ ਪੈਂਟ ਸੀ ਦਿੰਦਾ, ਮੈਨੂੰ ਪੈਸੇ ਵੀ ਦਿੰਦਾ, ਥੈਂਕ ਯੂ ਕਰਦਾ। ਤਾਂ ਮੈਨੂੰ ਚਾਰੋਂ ਪਾਸੇ ਮਨੁੱਖਾਂ ਨਾਲ ਇਹ ਜੀਣਾ ਜੇ ਆ ਜਾਏ ਤਾਂ ਮੈਂ ਲੂਣ ਹਰਾਮੀ ਨਹੀਂ। ਲੇਕਿਨ ਜੇ ਮੈਂ ਥੈਂਕਲੈਸ ਹੋ ਜਾਵਾਂ ਤਾਂ ਮੈਂ ਅਵਗੁਣ ਜ਼ਰੂਰ ਕੱਢਾਂਗਾ, ਲੇਕਿਨ ਕੀਤੇ ਕੰਮ ਦੀ ਮੈਂ ਕੋਈ ਸ਼ਲਾਘਾ ਨਹੀਂ ਕਰਾਂਗਾ। ਉਹਦਾ ਮਤਲਬ ਹੋ ਗਿਆ 99 ਦਿਨ ਤੁਸੀਂ ਕੰਮ ਕੀਤਾ, ਮੈਨੂੰ ਕੋਈ ਪਰਵਾਹ ਨਹੀਂ, ਕੋਈ ਫਰਕ ਨਹੀਂ ਪੈਂਦਾ। ਇੱਕ ਦਿਨ ਨਹੀਂ ਕੀਤਾ ਤਾਂ ਇਹੀ ਸਾਡੇ ਘਰਾਂ ਦੇ ਵਿਚਕਾਰ ਰਿਲੇਸ਼ਨਸ਼ਿਪ ਵਿਗੜਦੀ ਹੈ। ਜੇ ਪਤਨੀ 99 ਦਿਨ ਕੰਮ ਕਰੇ, ਇੱਕ ਦਿਨ ਨਾ ਕਰੇ, ਤਾਂ ਸਾਡਾ ਸਾਰਾ ਘਰ ਉਥਲ ਪੁਥਲ ਹੋ ਜਾਂਦਾ ਹੈ, ਕਿਉਂਕਿ ਉਹਦੇ ਕੀਤੇ ਕੰਮ ਦੀ ਸ਼ਲਾਘਾ ਸਾਡੇ ਕੋਲ ਨਹੀਂ ਹੈ। ਲੂਣ ਹਰਾਮੀ। ਲੇਕਿਨ ਇੱਕ ਨਾ ਆਟਾ ਅਗਲਾ, ਔਰ ਉਹ ਸਾਡੀ ਸਮਾਜਕ ਕਾਣੀ ਵੰਡ ਹੈ ਕਿ ਇੱਕ ਕੋਲ ਤੇ ਲੂਣ ਵੀ ਨਾ ਹੋਵੇ ਔਰ ਇੱਕ ਕੋਲ ਢੇਰ ਸਾਰਾ ਆਟਾ ਹੋਵੇ। ਇਹ ਸਾਡੀ ਸਮਾਜਕ ਸਿਸਟਮ ਦੀ, ਆਰਥਿਕ ਵਿਵਸਥਾ ਦੀ ਕਾਣੀ ਵੰਡ। ਇਸ ਨੂੰ ਦੂਰ ਕਰਨ ਵਾਸਤੇ ਗੁਰੂ ਪਾਤਸ਼ਾਹ ਨੇ ਵੰਡ ਛਕਣਾ ਸਿਖਾਇਆ। ਇੱਕ ਪਿਤਾ ਏਕ ਸਕੇਮ ਬਾਰਕ ਸਿਖਾਇਆ। ਅੱਜ ਅਸੀਂ ਸਮਝਦੇ ਹਾਂ ਮੈਂ ਕਾਰ ਵਿੱਚ ਜੇ ਬੈਠਾ ਹਾਂ ਤਾਂ ਮੈਂ ਪਿਛਲੇ ਜਨਮ ਦੀ ਕਿਸਮਤ ਕਰਕੇ ਅਮੀਰ ਹਾਂ, ਪਰ ਜੇ ਕੋਈ ਇਨਸਾਨ ਗਰੀਬ ਹੈ, ਉਹ ਪਿਛਲੇ ਜਨਮ ਦੀ ਕਿਸਮਤ ਕਰਕੇ ਗਰੀਬ ਹੈ। ਇਹ ਭੁਲੇਖਾ ਗੁਰੂ ਪਾਤਸ਼ਾਹ ਨੇ ਬਾਣੀ ਰਾਹੀਂ ਕੱਢ ਦਿੱਤਾ। ਜਿੱਥੇ ਨੀਚ ਸੰਭਾਲਣ ਤਿੱਥੇ ਨਦਰ ਤੇਰੀ ਬਖਸ਼ੀਸ਼ ਸਿਖਾ ਦਿੱਤਾ। ਇਹਦਾ ਮਤਲਬ ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਣ। ਸਮਾਜਕ ਕਾਣੀ ਵੰਡ ਦੀ ਵਿਵਸਥਾ ਦੀ ਜੇ ਅਸੀਂ ਗੱਲ ਕਰੀਏ, ਇਹਦੇ ਨਾਲ ਮੇਰਾ ਜੀਵਨ ਉੱਚਾ ਨਹੀਂ ਹੁੰਦਾ। ਪਰ ਕਹਿੰਦੇ ਨੇ ਇੱਕ ਨਾ ਆਟਾ ਅਗਲਾ, ਇੱਕ ਕੋਲ ਸਤਿਗੁਰ ਦੀ ਮੱਤ ਲੈ ਕੇ ਰਿਜ਼ਕ ਦਾ ਭੋਜਨ ਖਾਣ ਦਾ ਆਟਾ। ਰੂਖੋ ਭੋਜਨ ਸਾਦਗੀ ਦਾ, ਨਮਰਤਾ ਦਾ, ਹੁੰਦੇ ਤਾਣ ਜੋ ਰਹਿ ਨਿਤਾਣਾ। ਹਿਰਦੇ ਗਰੀਬੀ ਵਾਲਾ ਜੀਵਨ ਇੱਕ ਖਿਆਲ ਨਾਲ ਸਮਝ ਆ ਜਾਂਦਾ ਹੈ, ਲੇਕਿਨ ਇੱਕ ਖਿਆਲ, ਇੱਕ ਕਿਸਮ ਦੇ ਮਨੁੱਖ ਥੈਂਕਲੈਸ, ਇੱਕ ਨਾ ਹੀ ਲੋਣ, ਲੂਣ ਹਰਾਮੀ ਹੋ ਜਾਂਦੇ ਨੇ। ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੋਣ। ਅੱਗੇ ਗਏ ਸਿੰਜਾਬਸਨ। ਅੱਗੇ ਕਹੇ ਕੀ ਹੁੰਦਾ ਹੈ? ਜਿਸ ਦਿਨ ਤੂੰ ਚੰਗੀ ਮੱਤ ਲੈਂਦਾ ਹੈ ਉਸ ਤੋਂ ਬਾਅਦ ਨੂੰ ਅੱਗੇ ਕਹਿੰਦੇ ਨੇ, ਔਰ ਜਿਸ ਦਿਨ ਤੂੰ ਮੰਦੀ ਮੱਤ ਲੈਂਦਾ ਉਹਨੂੰ ਵੀ ਅੱਗੇ ਕਹਿੰਦੇ ਨੇ। ਅੱਗੇ ਗਏ ਸਿੰਜਾਬਸਨ। ਤੂੰ ਜਦੋਂ ਲੂਣ ਹਰਾਮੀ ਵਾਲਾ ਜੀਵਨ ਜੀਂਦਾ ਹੈ ਤਾਂ ਇਹ ਅੰਦਰੋਂ ਪਰਖਿਆ ਜਾਂਦਾ ਹੈ। ਨਾਲ ਦੇ ਨਾਲ ਨਿਬੇੜਾ ਪਰਖ ਹੁੰਦੀ ਰਹਿੰਦੀ ਹੈ, ਤਾਂ ਇਹਦੇ ਨਾਲ ਚੋਟਾਂ ਪੈਂਦੀਆਂ ਹਨ। ਇਸ ਮਨ ਦੀ ਇਹ ਵਾਲੀ ਅਵਸਥਾ, ਇੱਕ ਅਵਸਥਾ ਹੈ ਕਿ ਇਹ ਹੰਸ ਬੁੱਧੀ ਬਣੇ, ਇੱਕ ਅਵਸਥਾ ਹੈ ਕਿ ਇਹ ਬਗਲਾ ਬੁੱਧੀ ਬਣਦਾ ਹੈ। ਲੇਕਿਨ ਜੇਕਰ ਬਗਲਾ ਬੁੱਧੀ ਨੂੰ ਇਹ ਡ੍ਰੌਪ ਕਰਦਾ ਜਾਏ ਤਾਂ ਕੇਵਲ ਹੰਸ ਬੁੱਧੀ ਰਹਿ ਜਾਂਦੀ ਹੈ। ਇਹਦਾ ਮਤਲਬ ਦੋਨੋਂ ਪੱਖ ਮੇਰੇ ਅੰਦਰ ਹਨ, ਚੰਗੇ ਤੇ ਮੰਦੇ। ਪਤਾਲਾਂ ਪਤਾਲ ਵਰਗੇ ਭੈੜੇ ਅਤੇ ਆਗਾਸਾਂ ਆਗਾਸ ਵਰਗੇ ਚੰਗੇ। ਇਹ ਫਿਰ ਬਾਹਰਲਾ ਸਾਡੇ ਸਮਾਜ ਦੀ ਕਹਾਣੀ ਵੰਡ ਦਾ ਨਹੀਂ ਹੈ, ਸਾਡੇ ਅੰਦਰ ਦੀ ਅਵਸਥਾ ਦਾ ਸਮਝੀਏ ਤਾਂ ਲੱਗਦਾ ਹੈ ਨਾ।